नाज़रीन सलाम अलैकुम सत श्री अकाल ते नमस्कार। जिस तरह कि तुहानू पता ही है कि ਅਸੀਂ हर वीक माइंड एंड बॉडी प्रोग्राम लैके तुहाडी खिदमत ਵਿੱਚ ਹਾਜ਼ਰ ਹੁੰਨੇ ਹਾਂ। ਇਹ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ BNC ਮੈਡੀਕਲ ਸੈਂਟਰ ਦੇ ਤਾਵਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਜਿਹੜਾ ਕਿ ਬਰੈਂਪਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਇੰਟਰਸੈਕਸ਼ਨ ਦੇ ਉੱਪਰ ਹੈ। ਅਸੀਂ ਹਰ ਵੀਕ ਕੋਈ ਨਾ ਕੋਈ ਨਵੀਂ ਪਰਸਨੈਲਿਟੀ, ਨਵੀਂ ਸ਼ਖਸੀਅਤ, ਕਈ ਵਾਰ ਤਾਂ ਅਸੀਂ ਨਵੇਂ ਬਿਲਕੁਲ ਚਿਹਰੇ ਲੈ ਕੇ ਆਉਂਦੇ ਹਾਂ, ਤਾਂ ਕਿ ਮੇਰੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਨਵਿਆਂ ਨੂੰ ਮੌਕਾ ਦਿੱਤਾ ਜਾਵੇ, ਉਹਨਾਂ ਦੇ ਵਿੱਚ ਕੌਨਫੀਡੈਂਸ ਪੈਦਾ ਕੀਤਾ ਜਾਵੇ। ਜਿਸ ਤਰ੍ਹਾਂ ਪਿਛਲੇ ਵੀਕ ENT ਸਪੈਸ਼ਲਿਸਟ ਅਮਨਪ੍ਰੀਤ ਆਈ ਸੀ ਸਾਡੇ ਕੋਲ, ਡਾਕਟਰ ਅਮਨਪ੍ਰੀਤ। ਉਹਨਾਂ ਨਾਲ ਅਸੀਂ ਅੱਖਾਂ ਕੰਨਾਂ ਦੇ ਬਾਰੇ, ਗਲੇ ਦੇ ਬਾਰੇ ਤੇ ਜਿਹੜੀ ਸੀਗੀ ਨੋਜ਼ ਦੇ ਬਾਰੇ ਗੱਲਬਾਤ ਬੜੀ ਡਿਟੇਲ 'ਚ ਕੀਤੀ ਸੀ। ਉਹਨਾਂ ਦੇ ਐਕਸਪਰਟਸ ਵਿਊਜ਼ ਲੈਤੇ ਸੀ। ਯੂਜ਼ਲੀ ਸਾਡੇ ਕੋਲ ਕੈਨੇਡੀਅਨ ਜਾਂ ਅਮਰੀਕਨ ਲਾਇਸੈਂਸ ਡਾਕਟਰ ਹੁੰਦੇ ਨੇ, ਪਰ 10-12% ਅਸੀਂ ਕਈ ਵਾਰੀ ਸੋਸ਼ਲ ਐਕਟੀਵਿਟੀਜ਼ ਲੈ ਆਉਂਦੇ ਹਾਂ ਜਾਂ ਕਈ ਵਾਰੀ ਪੋਲੀਟੀਸ਼ੀਅਨ ਲੈ ਆਉਂਦੇ ਹਾਂ। ਹੁਣ ਤੁਹਾਨੂੰ ਪਤਾ ਕਿ ਅਕਤੂਬਰ ਦੇ ਵਿੱਚ ਸਾਡੀਆਂ ਫੈਡਰਲ ਇਲੈਕਸ਼ਨਸ ਹੋ ਰਹੀਆਂ ਨੇ, ਸੋ ਮੇਰੇ ਖਿਆਲ 'ਚ ਆਉਣ ਵਾਲੇ ਕੁਝ ਵੀਕ ਸਾਡੇ ਕੋਲ ਹੁਣ ਅਸੀਂ ਫੈਡਰਲ ਜਿਹੜੇ ਕੈਂਡੀਡੇਟਸ ਨੇ ਜਾਂ ਕੋਈ ਐਕਸ ਮਿਨਿਸਟਰਸ ਨੇ ਜਾਂ ਕੋਈ ਪ੍ਰੈਜ਼ੈਂਟ ਮਿਨਿਸਟਰਸ ਨੇ ਜਾਂ ਪਾਰਟੀ ਲੀਡਰਸ ਨੇ, ਉਹਨਾਂ ਨਾਲ ਇੰਟਰਵਿਊ ਕਰਾਂਗੇ। ਪਰ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ 2 ਯੰਗ ਗਰਲਸ ਨੂੰ ਦਾਵਤ ਦਿੱਤੀ ਹੈ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਹੀ ਕੰਮ ਕਰਦੇ ਨੇ। ਬੜੇ ਵਧੀਆ ਨਾਈਸ ਸੌਫਟ ਸਪੋਕਨ ਨੇ, ਯੰਗ ਨੇ, ਤੁਸੀਂ ਆਪ ਹੀ ਦੇਖ ਲਓਗੇ। ਸੋ ਮੈਂ ਜ਼ਿਆਦਾ ਉਹਨਾਂ ਦੀ ਤਾਰੀਫ ਨਹੀਂ ਕਰਨੀ ਚਾਹੁੰਦਾ, ਪਰ ਫਸਟ ਆਫ ਆਲ ਬਿਫੋਰ ਆਈ ਸਟਾਰਟ ਲੈਟ ਮੀ ਵੈਲਕਮ ਅਮਨਪ੍ਰੀਤ, ਵੈਲਕਮ ਹੀਅਰ, ਐਂਡ ਦੀਪਤੀ, I think I pronounced the right name, Deepti. So welcome here in the show. So can you please Aman, you can tell us, so what is your background? Of course you are Indian, so what is your background, which area you belong, what is your education background, how then you came in Canada, so what are you doing now? Okay, so ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਜਿਹੜੇ ਟੀਵੀ ਦੇਖ ਰਹੇ ਆ, ਸਤਿ ਸ਼੍ਰੀ ਅਕਾਲ। ਤੇ ਮੇਰਾ ਨਾਮ ਹੈ ਜੀ ਅਮਨਪ੍ਰੀਤ ਕੌਰ, ਤੇ ਮੈਂ ਕੈਨੇਡਾ ਆਈ ਸੀ 2013 ਦੇ ਵਿੱਚ, ਤੇ ਮੈਂ ਪਟਿਆਲੇ ਤੋਂ ਆ, ਤੇ ਮੈਂ ਲਾਈਕ ਬੈਚਲਰ ਸਾਇੰਸ ਆਫ ਨਰਸਿੰਗ ਪਟਿਆਲੇ ਰਜਿੰਦਰਾ ਹਸਪੀਟਲ ਤੋਂ ਹੀ ਕੀਤੀ ਸੀ। ਦੈਨ ਆਈ ਕੇਮ ਹੇਅਰ, ਦੈਨ ਆਈ ਪਾਸ ਮਾਈ RPN ਐਗਜ਼ਾਮ। ਫਿਰ ਮੈਂ ਡਾਕਟਰ ਰਵੀ ਗੋਇਲ ਉਹਨਾਂ ਨਾਲ ਕੰਮ ਸ਼ੁਰੂ ਕੀਤਾ 2 ਸਾਲ ਪਹਿਲਾਂ। ਸੋ ਹੁਣ ਮੈਂ ਰਾਈਟ ਨਾਓ ਉਹਨਾਂ ਦੇ ਨਾਲ ਹੀ ਕੰਮ ਕਰ ਰਹੀ ਹਾਂ BNC ਅਰਜਨ ਕੇਅਰ ਦੇ ਵਿੱਚ। ਓਕੇ, ਸੋ ਅਮਨ ਜੀ ਨੇ ਜੋ ਗੱਲ ਕਹੀ ਹੈ, ਗੱਲ ਤਾਂ ਇਹਨਾਂ ਨੇ ਕਾਫੀ ਹੱਦ ਤੱਕ ਠੀਕ ਹੀ ਹੈ, ਪਰ ਥੋੜੀ ਜੀ ਗੱਲ ਟਵਿਸਟ ਕਰ ਗਏ। ਇਹ ਮੇਰੇ ਨਾਲ ਨਹੀਂ ਕੰਮ ਕਰ ਰਹੇ, ਡਾਕਟਰ ਅੰਕੁਸ਼ ਗੋਇਲ ਨਾਲ ਕੰਮ ਕਰ ਰਹੇ ਨੇ, ਕਿਉਂਕਿ ਮੈਂ ਤਾਂ ਰਿਟਾਇਰਡ ਹੋ ਗਿਆ। ਮੈਂ ਤਾਂ ਗੱਲ ਥੋੜੀ ਜੀ ਲਾਈਟ ਮੂਡ 'ਚ ਵੀ ਕੀਤੀ ਹੈ ਗੱਲ, ਉਂਝ ਵੀ, ਕਿਉਂਕਿ ਮੈਂ ਹਰ ਵਾਰੀ ਇਹੀ ਕਹਿੰਦਾ ਕਿ ਮੈਂ ਤਾਂ ਹੁਣ ਰਿਟਾਇਰਡ ਹਾਂ। ਜੇ ਇੱਥੋਂ ਦੀ ਇਹ ਸਟੇਟਮੈਂਟ ਦੇ ਦੇਣੇ ਮੇਰੇ ਨਾਲ ਕੰਮ ਕਰ ਦਿੰਦੇ, ਇਟ ਮੀਨਸ ਫਿਰ ਮੇਰੀ ਗੜਬੜ ਹੋ ਗਈ। ਸੋ ਬੜੇ ਵਧੀਆ, ਅਮਨ ਦੀ ਪਰਸਨੈਲਿਟੀ ਬੜੀ ਵਧੀਆ, ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਸੋ ਇਸੇ ਤਰ੍ਹਾਂ ਹੀ ਹੁਣ ਮੈਂ ਦੀਪਤੀ ਜੀ, again can you please tell me the same thing, you know? Yeah, sure sir. First of all good morning everyone। और मैं कनाडा में approximately 5 years से पहले आई थी, और मैंने बैक होम मैं इंडिया से हूँ, अहमदाबाद से, और वहाँ पे मैंने MLT का कोर्स किया हुआ है। आई वॉज वर्किंग इन अ हॉस्पिटल देयर फॉर अबाउट 1.5 year एंड इन अ प्राइवेट लैब फॉर मोर देन 5 years ऑफ एक्सपीरियंस। एंड मैं यहाँ पे डॉक्टर किमी गोयल के साथ पहले काम करती थी, और अभी भी उनके साथ BNC मेडिकल में एज अ लैब टेक्नीशियन यहाँ पे काम कर रही हूँ। ओके, सो अमन जी ਤੁਸੀਂ ਸਾਨੂੰ ਦੱਸੋਗੇ ਵੀ ਤੁਸੀਂ ਬਲੱਡ ਟੈਕਨੀਸ਼ੀਅਨ ਦੀ ਗੱਲ ਕਰਦੇ ਹੋ, ਬਲੱਡ ਲੈਬ ਟੈਕਨੀਸ਼ੀਅਨ ਦੀ। ਸੋ ਵਾਟ ਆਰ ਯੂਅਰ ਰਿਸਪੌਂਸਿਬਿਲਿਟੀਜ਼? ਕੀ ਮਤਲਬ ਆਮ ਬੰਦੇ ਨੂੰ ਤਾਂ ਨਹੀਂ ਨਾ ਪਤਾ ਵੀ ਕੀ ਚੀਜ਼ ਹੁੰਦੀ ਹੈ, ਬਲੱਡ ਕੀ ਹੁੰਦੀ ਹੈ, ਕੀ ਕਰਦੇ ਹੋ। ਇੰਨਾ ਕੁ ਤਾਂ ਆਮ ਬੰਦੇ ਨੂੰ ਪਤਾ ਵੀ ਤੁਸੀਂ ਹੁਣ ਲੋਕਾਂ ਦਾ ਖੂਨ ਕੱਢਦੇ ਹੋ, ਪਰ ਉਹ ਸੱਚਾ ਖੂਨ ਨਹੀਂ, ਵੈਸੇ ਥੋੜਾ ਜਿਹਾ ਹੀ, ਸਾਰਾ ਨਹੀਂ ਖੂਨ ਚੂਸਦੇ। ਸੋ ਉਹਦੇ ਵਿੱਚ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਕੀ ਨੇ? ਸੋ ਸਾਡੀਆਂ ਰਿਸਪੌਂਸਿਬਿਲਿਟੀਜ਼ ਇਹ ਹੁੰਦੀਆਂ ਨੇ ਕਿ ਪਹਿਲਾਂ ਤਾਂ ਜਿਹੜੇ ਪੇਸ਼ੈਂਟ ਡਾਕਟਰ ਦੇ ਕੋਲੇ ਆਉਂਦੇ ਆ, ਡਾਕਟਰ ਉਹਨਾਂ ਦੀ, ਜਿੱਦਾਂ ਕੋਈ ਵੀ ਡਾਕਟਰ ਨੂੰ ਲੱਗਦਾ ਕਿ ਹਾਂਜੀ ਇਹਦਾ ਆਇਰਨ ਚੈੱਕ ਕਰਨਾ ਆ ਜਾਂ ਇਹਦੇ
ਹਾਰਟ ਦੇ ਟੈਸਟ ਕਰਨੇ ਆ, ਕਿਡਨੀਜ਼ ਦੇ ਟੈਸਟ ਕਰਨੇ ਆ। ਸੋ ਉਹਦੇ ਅਕੋਰਡਿੰਗ ਡਾਕਟਰ ਸਾਰੇ ਟੈਸਟ ਲਿਖ ਕੇ ਉਹਨੂੰ ਪੇਸ਼ੈਂਟ ਨੂੰ ਭੇਜਦੇ ਆ, ਫਿਰ ਉਹ ਸਾਡੇ ਕੋਲੇ ਆਉਂਦੇ ਆ, ਫਿਰ ਅਸੀਂ ਦੇਖਦੇ ਆ ਕਿ ਉਹਨਾਂ ਦੇ ਜਿਹੜੇ ਟੈਸਟ ਹੈਗੇ ਆ ਫਾਸਟਿੰਗ ਹੈਗੇ ਆ ਜਾਂ ਨਾਨ ਫਾਸਟਿੰਗ। ਅਸੀਂ ਉਹਨਾਂ ਨੂੰ ਦੱਸਦੇ ਆ ਕਿ ਤੁਸੀਂ ਟੈਸਟ ਕਰਾਉਣ ਤੋਂ ਪਹਿਲਾਂ ਕੁਝ ਖਾਣਾ ਪੀਣਾ ਜਾਂ ਨਹੀਂ ਖਾਣਾ ਪੀਣਾ, ਹਨਾ। ਜੇ ਫਾਸਟਿੰਗ ਹੈਗੇ ਤਾਂ ਅਸੀਂ ਉਹਦੇ ਅਕੋਰਡਿੰਗ ਉਹਨਾਂ ਨੂੰ ਬੁਲਾਉਂਦੇ ਆ। ਫਿਰ ਅਸੀਂ ਉਹ ਜਿਹੜੇ ਵੀ ਟੈਸਟ ਲਿਖੇ ਹੁੰਦੇ ਆ ਉਸ ਦੇ ਅਕੋਰਡਿੰਗ ਅਸੀਂ ਉਹਨਾਂ ਦੇ ਬਲੱਡ ਟੈਸਟ ਕਰਦੇ ਆ, ਉਹਨਾਂ ਦਾ ਬਲੱਡ ਡਰਾ ਕਰਕੇ ਫਿਰ ਅਸੀਂ ਉਹਨਾਂ ਦੇ ਜਿਹੜੇ ਸੈਂਪਲਸ ਹੁੰਦੇ ਆ ਉਹਨਾਂ ਨੂੰ ਅਸੀਂ ਲੈਬ ਦੇ ਵਿੱਚ ਭੇਜਦੇ ਆ। ਫਿਰ ਲੈਬ ਦੇ ਵਿੱਚ ਭੇਜਣ ਤੋਂ ਬਾਅਦ 2-3 ਦਿਨਾਂ ਦੇ ਵਿੱਚ ਅਸੀਂ ਉਹਨਾਂ ਦੇ ਰਿਜ਼ਲਟਸ ਜਿਹੜੇ ਹੈਗੇ ਆ ਸਾਡੇ ਕੋਲ ਆ ਜਾਂਦੇ ਆ। So Deepti ji, can you please tell us that what there are so many tubes in your blood lab, I saw it, right? So I don't know, so what type of blood you are taking? Of course whatever the doctor prescribed or whatever the doctor mentioned in your that paper, but for the audience if you can tell us that what type of tubes you are taking. Okay, so डिपेंडिंग ऑन कौन से टाइप का ब्लड टेस्ट करना है हमें उसके अकॉर्डिंगली ट्यूब कलेक्ट करनी पड़ती है। फॉर एग्जांपल सीबीसी के लिए हमें लैवेंडर ईडीटी ट्यूब जो होती है वो कलेक्ट करनी पड़ती है। फिर सारे जो आयरन है, विटामिन B12 एंड कोलेस्ट्रॉल एंड स्टफ, ऑल सारे वो जो टेस्ट हैं उसके लिए एसएसटी ट्यूब कलेक्ट करनी पड़ती है। सिमिलरली पीटी प्रोथ्रोम्बिन जो टाइम होता है उसके लिए लाइट ब्लू ट्यूब कलेक्ट करनी पड़ती है। डिपेंडिंग ऑन कौन सा टेस्ट डॉक्टर ने हमें दिया है बेस्ड ऑन दैट हमें ट्यूब सिलेक्ट करनी पड़ती है। और उसका एक ऑर्डर ऑफ ड्रॉ भी होता है कि कौन सी ट्यूब पहले कलेक्ट करेंगे, कौन सी सेकंड आएगी, कौन सी थर्ड आएगी। और ਸਮਟਾਈਮਸ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਉਹ ਕਹਿ ਦਿੰਦੇ ਆ ਕਿ ਹਾਈ ਹਾਈ ਤੁਸੀਂ 5 ਟਿਊਬਸ ਲੈ ਲਈਆਂ, ਤੁਸੀਂ ਚਾਰ ਇੰਨਾ ਸਾਰਾ ਖੂਨ ਕੱਢ ਲਿਆ। ਸੋ ਵੀ ਹੈਵ ਟੂ ਐਕਸਪਲੇਨ them ਕਿ ਜਿਹੜਾ ਇਹ ਵਾਲਾ ਟੈਸਟ ਹੈ ਜੀ ਇਹ ਇੱਕ ਟਿਊਬ ਦੇ ਨਾਲ ਨਹੀਂ ਹੋਊਗਾ। ਸੋ ਵੀ ਹੈਵ ਟੂ ਡੂ ਆਲ ਦਾ ਟੈਸਟ ਇਨ ਡਿਫਰੈਂਟ ਟਿਊਬਸ। ਸੋ ਤਾਂ ਕਰਕੇ ਅਸੀਂ ਉਹਨਾਂ ਨੂੰ ਉੱਥੇ ਹੀ ਐਕਸਪਲੇਨ ਕਰ ਦਿੰਦੇ ਆ ਕਿ ਸਾਨੂੰ ਅਲੱਗ-ਅਲੱਗ ਟਿਊਬਸ ਲੈਣੀਆਂ ਪੈਂਦੀਆਂ, ਹਨਾ। ਸੋ ਅਸੀਂ ਤੁਹਾਡਾ ਇੰਨਾ ਸਾਰਾ ਬਲੱਡ ਲੈ ਕੇ ਸਾਨੂੰ ਵੀ ਕੋਈ ਖੁਸ਼ੀ ਨਹੀਂ ਮਿਲਦੀ। Yeah, we have to. Yeah, sometimes we have to do it. Okay, ਇੱਕ funny ਜਿਹਾ question ਹੈ ਜਿਹੜੇ ਲੋਕਾਂ ਦੇ ਵਿੱਚ most of the people they have that concept that when we go to the lab they are taking the full tube or something like this, so that blood it's a loss or it can be covered। जो blood लिया है इसका मतलब ये तो नहीं कि वो खत्म ही हो गया, वो तो I think within an hour within a day वो blood उतना ही वापस बन गया रिकवर हो जाता है। रिकवर हो जाता है वो ब्लड। या सो ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਬਲੱਡ ਟੈਸਟ ਕਰਾਉਣ ਤੋਂ ਬਾਅਦ ਜਿੱਦਾਂ ਥੋੜਾ ਜੂਸ ਪੀਓ, ਫਲੂਇਡਸ ਜ਼ਿਆਦਾ ਲਓ, ਹਨਾ, ਥੋੜਾ ਖਾਓ ਪੀਓ, ਵੈਜੀਟੇਬल्स खाओ, तो वो जल्दी रिकवर ਜਿਹੜਾ ਬੰਦਾ ਉਹ ਕਰ ਲੈਂਦਾ ਹੈ। और हमारी बॉडी में इतना ज़्यादा ब्लड होता है तो लाइक 5-6 ट्यूब लो कुछ नहीं होता उससे बॉडी में। ਇਹ ਬਹੁਤ ਵਧੀਆ ਗੱਲ ਹੈ ਕਿ ਜਦੋਂ ਆਪਾਂ ਬਲੱਡ ਟੈਸਟ ਕਰਦੇ ਆ ਉਹਦੇ ਨਾਲ ਸਾਡਾ ਨਵਾਂ ਬਲੱਡ ਜਿਹੜਾ ਹੋਰ ਬਣਦਾ ਹੈ ਨਾ, ਸਰਕੂਲੇਸ਼ਨ ਪ੍ਰੋਪਰ ਹੁੰਦੀ ਆ। ਸੋ ਇਟਸ ਗੁੱਡ। ਓਕੇ, ਸੋ ਦੂਸਰੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਦੋਂ ਤੁਸੀਂ ਬਲੱਡ ਲੈ ਲੈਂਦੇ ਹੋ ਟਿਊਬਸ, ਉਹ ਟਿਊਬਸ ਕਿਉਂਕਿ ਮੈਨੂੰ ਇੰਨਾ ਪਤਾ ਵੀ ਸ਼ਾਮ ਨੂੰ ਕਈ ਵਾਰੀ ਉਹ ਕਾਰ ਆਉਂਦੀ ਹੁੰਦੀ ਹੈ ਜਿਹੜੀ ਕਿ ਤੁਹਾਡੇ ਸੈਂਪਲ ਇਕੱਠੇ ਕਰਕੇ ਲੈ ਜਾਂਦੀ ਹੈ। ਸੋ ਇਹਦਾ ਮਤਲਬ ਜਿਹੜੇ ਜੇ ਸਵੇਰੇ ਕਿਸੇ ਬੰਦੇ ਨੇ 9 ਵਜੇ ਦਿੱਤਾ ਬਲੱਡ ਤੇ ਸ਼ਾਮ ਨੂੰ ਪਿਕ ਕਰਨ ਆਉਂਦੀ ਹੈ, ਉਹਨਾਂ ਚਿਰ ਉਹ ਬਲੱਡ ਕਿੱਥੇ ਰਹਿੰਦਾ? ਉਹ ਫ੍ਰਿਜ 'ਚ ਰੱਖਦੇ ਹੋ ਜਾਂ ਵੈਸੇ ਹੀ ਪਿਆ ਰਹਿੰਦਾ? ਕੀ ਉਹਦਾ ਸਿਸਟਮ ਕੀ ਹੈ? ਉਹ ਬਲੱਡ ਦਾ ਇਦਾਂ ਹੁੰਦਾ ਹੈ ਕਿ ਅਸੀਂ ਉਹਨੂੰ ਸੈਂਟਰੀਫਿਊਜ਼ ਕਰਦੇ ਹਾਂ। ਪਹਿਲਾਂ ਸਾਡੇ ਕੋਲ ਇੱਕ ਮਸ਼ੀਨ ਹੈ, ਉਹ ਮਸ਼ੀਨ ਦੇ ਵਿੱਚ ਅਸੀਂ ਉਹਨੂੰ ਸੈਂਟਰੀਫਿਊਜ਼ ਕਰਦੇ ਹਾਂ। ਸੈਂਟਰੀਫਿਊਜ਼ ਹੈ ਕਿ ਬਹੁਤ ਤੇਜ਼ੀ ਨਾਲ ਉਹਨੂੰ ਅਸੀਂ ਘੁਮਾਉਂਦੇ ਹਾਂ, ਉਹਦੇ ਨਾਲ ਜਿਹੜਾ ਬਲੱਡ ਦਾ ਪਲਾਜ਼ਮਾ ਤੇ ਦੂਜਾ ਜਿਹੜਾ ਬਲੱਡ ਆ ਉਹ ਡਿਫਰੈਂਟ ਹੋ ਜਾਂਦਾ, ਜਿਹਦੇ ਤੋਂ ਉਹਨਾਂ ਨੇ ਸੈਂਪਲ ਲੈ ਕੇ ਲੈਬ ਵਾਲਿਆਂ ਨੇ ਟੈਸਟ ਕਰਨੇ ਆ। ਸੋ ਉਸ ਨੂੰ ਅਸੀਂ ਸੈਂਟਰੀਫਿਊਜ਼ ਕਰਨ ਤੋਂ ਬਾਅਦ ਰੂਮ ਟੈਂਪਰੇਚਰ ਦੇ ਵਿੱਚ ਰੱਖ ਸਕਦੇ ਹਾਂ, ਤੇ ਫ੍ਰਿਜ ਦੇ ਵਿੱਚ ਰੱਖਣ ਦੀ ਵੀ ਲੋੜ ਨਹੀਂ। ਜੇ ਕੋਈ ਇਦਾਂ ਦੇ ਟੈਸਟ ਹੁੰਦੇ ਆ ਕਿ ਜਿਹੜੇ ਸਾਨੂੰ ਸਪੈਸ਼ਲ ਫ੍ਰਿਜ ਦੇ ਵਿੱਚ ਰੱਖਣੇ ਚਾਹੀਦੇ ਆ ਜਾਂ ਕੋਈ ਸਪੈਸ਼ਲ ਰਿਕਮੈਂਡੇਸ਼ਨਸ ਹੈਗੀਆਂ ਉਹਦੇ ਲਈ, ਤਾਂ ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਤੁਸੀਂ ਜਾਂ ਮੇਨ ਲੈਬ ਦੇ ਵਿੱਚ ਜਾ ਕੇ ਕਰਵਾ ਸਕਦੇ ਹੋ। ਬਟ ਮੋਸਟਲੀ ਸਾਡੇ ਕੋਲ ਸਾਰੇ ਟੈਸਟ ਅਵੇਲੇਬਲ ਹੈਗੇ, ਅਸੀਂ ਕਰ ਸਕਦੇ ਹਾਂ। So Deepti, you have experience too. Can you tell me any special, like your experience? Sometimes when the people comes in the blood lab, they were so nervous, right? They were just shivering like this, and you are trying, and sometimes they are faint. So you have any that type of example, and how you solve that type of problem? Yeah, I had I encountered 2-3 बार ऐसा हुआ था क्लिनिक पे कि पेशेंट आए थे और लाइक फीलिंग लाइक फेंटिंग और समथिंग। सो उसकी वजह से अगर ऐसे पेशेंट है तो आई ऑलवेज प्रीफर, मैं सबसे पहले उनको पूछ लेती हूँ कि आपकी हिस्ट्री है ब्लड कलेक्शन के समय कि आपको ऐसा कुछ होता है या कुछ नहीं। अगर पेशेंट बोलता है कि यस मुझे ऐसी हिस्ट्री है और मैं फेंट हो जाता हूँ तो आई प्रीफर मैं उनको लाई डाउन, फिर उनका
ब्लड कलेक्शन करती हूँ और प्रेफर कि बटरफ्लाई नीडल से करें, तो वो छोटी नीडल होती है सो दे फील मोर कंफर्टेबल। और अगर उनको राइट वे अगर कुछ ऐसा होता है तो मैं नीडल राइट वे निकाल के फिर डॉक्टर को इमीडिएटली कॉल करते हैं हम। ਓਕੇ ਅਮਨ ਜੀ, ਤੁਸੀਂ ਸਾਨੂੰ ਦੱਸੋਗੇ ਵੀ ਕਈ ਵਾਰ ਪੇਸ਼ੈਂਟ ਇਹ ਵੀ ਕਹਿੰਦੇ ਨੇ ਵੀ ਜਦੋਂ ਉਹ ਬਲੱਡ ਕਰਵਾ ਕੇ ਜਾਂਦੇ ਨੇ, ਘਰ ਜਾਂਦੇ ਨੇ, ਉਹ ਕਹਿੰਦੇ ਸਾਡੇ ਤੇ ਤਫੜ ਜਾ ਪੈ ਗਿਆ ਜਾਂ ਬਰੂਸ ਹੋ ਗਿਆ। ਹਾਂਜੀ ਹਾਂਜੀ ਇਹ ਨਾਰਮਲ ਹੈ ਜਾਂ ਲੋਕ ਵੈਸੇ ਹੀ ਘਬਰਾ ਜਾਂਦੇ ਵੀ ਸਮਥਿੰਗ ਰੋਂਗ, ਪਤਾ ਨਹੀਂ ਕਿੰਨੀ ਗੱਲ ਸੀਰੀਅਸ ਹੋ ਗਈ, ਤੇ ਜੇ ਉਹ ਹੋ ਗਿਆ ਤੇ ਪਹਿਲੀ ਗੱਲ ਤਾਂ ਦੱਸੋ ਵੀ ਨਾਰਮਲ ਹੈ ਕਿ ਨਹੀਂ, ਜੇ ਨਾਰਮਲ ਹੈਗਾ ਵੀ ਤੇ ਇਹਦਾ ਕੀ ਹੱਲ ਹੈ? ਹਾਂਜੀ, ਇਟਸ ਵੈਰੀ ਨਾਰਮਲ ਕਿ ਜਿਹੜਾ ਇਹ ਮੋਸਟਲੀ ਹੁੰਦੇ ਆ ਧੱਫੜ, ਜਿਹਨੂੰ ਅਸੀਂ ਨੀਲਾ ਸਾਈਨ ਕਹਿ ਦਿੰਦੇ ਆ, ਇਹ ਜਿੱਦਾਂ ਯੰਗਸ ਨਾਲੋਂ ਜਿਹੜੇ ਸਾਡੇ ਬਜ਼ੁਰਗ ਹੈਗੇ ਉਹਨਾਂ ਦੇ ਜ਼ਿਆਦਾ ਹੁੰਦਾ ਆ, ਬਟ ਉਹਦੇ ਵਿੱਚ ਤੁਸੀਂ ਬਿਲਕੁਲ ਘਬਰਾਉਣਾ ਨਹੀਂ ਆ। ਤੁਸੀਂ ਜਸਟ ਉਹਦੇ ਤੇ ਜਾਂ ਤਾਂ ਆਈਸ ਅਪਲਾਈ ਕਰ ਲਓ ਜਾਂ ਉਹਨੂੰ ਉੱਦਾਂ ਰਹਿਣ ਦਿਓ, ਉਹਨੂੰ ਬਿਲਕੁਲ ਨਾ ਛੇੜੋ, ਬਿਲਕੁਲ ਨਾ ਘਬਰਾਓ। ਉਹ ਡੇ ਬਾਈ ਡੇ 2-3 ਦਿਨਾਂ ਦੇ ਵਿੱਚ ਆਪੇ ਰਿਜ਼ੋਲਵ ਹੋ ਜਾਊਗਾ। ਹਾਂਜੀ, ਸੋ ਤੁਹਾਨੂੰ ਟੈਨਸ਼ਨ ਲੈਣ ਦੀ ਉਹਦੇ ਵਿੱਚ ਕੋਈ ਲੋੜ ਨਹੀਂ ਹੈ। ਬਟ ਹਾਂਜੀ, ਜੇ ਉਹ ਨਹੀਂ ਠੀਕ ਹੋ ਰਿਹਾ ਦੈਨ ਯੂ ਹੈਵ ਟੂ ਗੋ ਐਂਡ ਸੀ ਦ ਡਾਕਟਰ। ਓਕੇ, ਕੁਝ ਤੁਸੀਂ ਮੈਨੂੰ ਦੀਪਤੀ ਜੀ ਇਹ ਵੀ ਦੱਸੋਗੇ ਵੀ ਕਈ ਵਾਰ ਲੋਕਾਂ ਦਾ ਇੰਪ੍ਰੈਸ਼ਨ ਹੁੰਦਾ ਹੈ ਵੀ ਜਿਹੜੀ ਦੀਪਤੀ ਹੈ ਉਹ ਬਹੁਤ ਵਧੀਆ ਬਲੱਡ ਲੈਂਦੀ, ਉਹਦਾ ਪਤਾ ਨਹੀਂ ਲੱਗਣ ਦਿੰਦੀ, ਅਮਨ ਬਹੁਤ ਜ਼ੋਰ ਲਾਉਂਦੀ, ਕੋਈ ਇਸ ਤਰ੍ਹਾਂ ਦਾ ਹੈਗੀ ਗੱਲ ਕਿ ਨਹੀਂ, ਕਿਉਂਕਿ ਨੀਡਲ ਨੇ ਕੰਮ ਕਰਨਾ ਕਿ ਜਾਂ ਕੋਈ ਤੁਹਾਡੀ ਆਪਣੇ ਹੱਥ ਦੇ ਵਿੱਚ ਐਕਸਪਰਟੀਜ਼ है? दैट आई डोंट नो, ऑनेस्टली पता नहीं है। कोई पेशेंट ऐसा बोलते हैं, क्योंकि कई पेशेंट्स ने मुझे भी बोला है कि आई प्रीफर यू टू टेक माई ब्लड और समथिंग लाइक दैट, बट आई डोंट नो, लाइक इट्स जस्ट अ नीडल, लाइक एवरीवन's doing with the same, using the same technique, so I don't know like what people are saying। पर मेरा ये एक्सपीरियंस है अभी, क्योंकि मैं मोस्ट ऑफ द टाइम आई सिट इन अवर विजन सेंटर, तो वहाँ पर पेशेंट आते हैं मिलने के लिए आ जाते हैं, तो मैं उनको वैसे कभी मैंने नहीं पूछा, लेकिन मैं वैसे ही जनरल पूछता हूँ, हाउ इज डॉक्टर, हाउ इज अवर गर्ल्स इन ब्लड लैब, everybody says excellent, even when you are working in Mayfield, so everybody say good thing about you, that you know that girl, nobody, even we don't know when we take same thing. Aman was now you both luckily you have one similarity, you both came from maternity leave, right? पहले तो आपको yeah, me too। so your past, she was working in BNC, you were working in Mayfield, so under the same same management, so वो अमन के बारे में भी यही कहते हैं कि शी इज़ वेरी फ्रेंडली। मैं आई एम नॉट टॉकिंग इन फ्रंट ऑफ हर, बट दैट इज़ हार्ड फैक्ट दैट शी इज़ वेरी फ्रेंडली, राइट? फ्रेंडली विद द पेशेंट एंड पेशेंट फील मोर कंफर्टेबल। व्हेन पेशेंट फील मोर कंफर्टेबल देन इट गिव्स ए गुड रेपुटेशन ऑफ आवर मेडिकल सेंटर टू। सो मैं आपके साथ और भी डिटेल में बात करूंगा, लेकिन हमारा टाइम जो है अभी समाप्त हो गया। ब्रेक लेंगे हम छोटी सी, उसके बाद आपको फिर हम क्वेश्चन को इसी को कंटिन्यू करेंगे। सो प्यारे दर्शकों, डोंट गो अवे, वी आर टेकिंग स्मॉल ब्रेक एंड आफ्टर दैट वी विल डिस्कस मोर क्वेश्चंस अबाउट लैब्स एंड अबाउट द सिस्टम। थैंक यू वेरी मच। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਅਮਨਪ੍ਰੀਤ ਅਤੇ ਦੀਪਤੀ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਬੜੇ ਸਕਸੈਸਫੁਲ ਤਰੀਕੇ ਨਾਲ ਇੱਕ ਫੈਮਿਲੀ ਮਾਹੌਲ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਦਾਵਤ ਦਿੱਤੀ ਸੀ ਤੇ ਉਹ ਇੱਥੇ ਸਾਡੇ ਸਟੂਡੀਓ 'ਚ ਆਏ ਨੇ। ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ ਬਲੱਡ ਜਦੋਂ ਲੈਂਦੇ ਨੇ ਉਹਦੇ ਵਿੱਚ ਕੀ ਹੈ, ਇੱਕ ਫਾਸਟਿੰਗ ਹੁੰਦਾ, ਇੱਕ ਨਾਨ ਫਾਸਟਿੰਗ ਹੁੰਦਾ, ਇੱਕ ਤਾਂ ਹੁੰਦਾ ਭੁੱਖੇ ਰਹਿ ਕੇ ਕਰਨਾ, ਇੱਕ ਹੁੰਦਾ ਖਾ ਪੀ ਕੇ ਵੀ ਤੁਸੀਂ ਕਰ ਸਕਦੇ ਹੋ। ਉਹਨੇ ਡਿਟੇਲ ਦੱਸਿਆ ਟਿਊਬਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, ਕਿਹੜੇ ਡਾਕਟਰ ਜਿਹੜੇ ਦੱਸਦੇ ਨੇ ਉਹਨਾਂ ਨੂੰ ਲੈਣਾ ਹੁੰਦਾ ਹੈ, ਟਿਊਬ ਕਿਉਂ ਜ਼ਿਆਦਾ ਲੈਂਦੇ ਆ, ਜੇ ਖੂਨ ਵੀ ਹੈ ਤਾਂ ਕਿਸ ਤਰ੍ਹਾਂ ਕਵਰ ਅਪ ਕੀਤਾ ਜਾ ਸਕਦਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ। ਫਿਰ ਬਲੱਡ ਜਿਹੜਾ ਹੁੰਦਾ ਉਹ ਫ੍ਰਿਜ 'ਚ ਰੱਖਣਾ ਨਹੀਂ ਰੱਖਣਾ, ਕਿਸ ਤਰ੍ਹਾਂ ਉਹਨੂੰ ਚੱਕਰ ਕਰਕੇ ਤਿਆਰ ਕਰਦੇ ਨੇ, 2-3 ਦਿਨਾਂ 'ਚ ਰਿਪੋਰਟ ਆਉਂਦੀ ਹੈ, ਸਾਰਾ ਡਿਟੇਲ ਦੇ ਵਿੱਚ ਕੀਤਾ, ਕਿਉਂਕਿ ਮੈਨੂੰ ਆਈ ਹੈਵ 0% ਨੌਲੇਜ। ਸੋ ਅਸੀਂ ਇਹ ਹੋਰ ਗੱਲਾਂ ਵੀ ਇਹਨਾਂ ਨਾਲ ਕਰਨੀਆਂ। ਸੋ ਫਸਟ ਆਫ ਆਲ ਵੈਲਕਮ ਬੈਕ ਅਗੇਨ। ਤੁਸੀਂ ਮੈਨੂੰ ਦੱਸੋਗੇ BNC ਮੈਡੀਕਲ ਸੈਂਟਰ ਇਟਸ ਏ ਅਰਜੈਂਟ ਕੇਅਰ ਸੈਂਟਰ, ਸੋ ਅਰਜੈਂਟ ਕੇਅਰ ਸੈਂਟਰ ਦੇ ਵਿੱਚ ਯੂ ਕੈਨ ਬੋਥ ਸ਼ੇਅਰ, ਸੋ ਵਾਟ ਆਰ ਦ ਫੈਸਿਲਿਟੀਜ਼ ਵੀ ਆਰ providing? Yeah, so
ਅਰਜੈਂਟ ਕੇਅਰ ਦੇ ਵਿੱਚ ਜਿੱਦਾਂ ਅਸੀਂ ਕੋਈ ਵੀ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਵਾਕ ਇਨ ਆ ਸਕਦੇ ਆ ਅਰਜੈਂਟ ਕੇਅਰ ਦੇ ਵਿੱਚ, ਜਿੱਦਾਂ ਕਿਸੇ ਨੂੰ ਫੀਵਰ ਆ, ਫਲੂ ਆ, ਕੋਈ ਵੀ ਪ੍ਰੋਬਲਮ ਹੈ ਜਾਂ ਕੋਈ ਪੇਸ਼ੈਂਟ ਇੰਜੈਕਸ਼ਨਸ ਲਵਾਉਣਾ ਚਾਹੁੰਦੇ ਆ ਹਨਾ, ਜਿੱਦਾਂ ਅੱਜ ਕੱਲ੍ਹ ਲੋਕੀ ਕਹਿੰਦੇ ਆ ਕਿ ਸਾਡਾ ਜੀ B12 ਘਟ ਗਿਆ ਤਾਂ ਡਾਕਟਰ ਨੇ ਸਾਨੂੰ ਇੰਜੈਕਸ਼ਨਸ ਕਿਹਾ ਲਵਾਉਣ ਲਈ ਐਵਰੀ ਵੀਕ, ਫਿਰ ਉਹ ਇੰਜੈਕਸ਼ਨਸ ਦੇ ਲਈ ਸਾਡੇ ਕੋਲ ਆਉਂਦੇ ਆ ਹਨਾ। ਤੇ ਬਾਕੀ ਮਾਈਨਰ ਪ੍ਰੋਸੀਜਰਸ ਜਿਹੜੇ ਆ ਉਹ ਵੀ ਅਸੀਂ ਕਰਦੇ ਆ, ਜਿੱਦਾਂ ਸਕਿਨ ਟੈਗਸ ਰਿਮੂਵਲਸ ਅਸੀਂ ਕਰਦੇ ਆ ਹਨਾ। ਤੇ ਬਾਕੀ ਜਿੱਦਾਂ ਡਰੈਸਿੰਗ ਚੇਂਜ ਦੇ ਲਈ ਵੀ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਤੇ ਕਾਸਟਿੰਗ ਦੇ ਲਈ ਵੀ ਸਾਡੇ ਕੋਲ ਆਉਂਦੇ ਆ। ਸੋ ਵੀ ਹੈਵ ਸੋ ਮੈਨੀ ਫੈਸਿਲਿਟੀਜ਼ ਇਨ ਵਨ ਪਲੇਸ ਲਾਈਕ ਇਨ ਅਰਜੈਂਟ ਕੇਅਰ। ਸੋ ਯਾ, And we do stitching and stuff, Stitching yeah, as cut on the well, yeah. finger. And I think you have some ECG and we something do, allergy yeah, we system. do Yeah. ਹਾਂਜੀ So ECG भी करते हैं। what does ECG mean? इट्स इलेक्ट्रोकार्डियोग्राम। बेसिकली ये जो टेस्ट होता है ECG, वो हार्ट के लिए हम स्पेसिफिकली करते हैं। अगर कोई पेशेंट आता है बोलता है कि आई एम हैविंग चेस्ट पेन और समथिंग, दैन डॉक्टर अगर रिफ़र करते हैं देन हम उसको ECG टेस्ट करते हैं। उसमें बेसिकली 12 इलेक्ट्रोलाइट्स आते हैं जो हम अलग अलग चेस्ट पे लगा के फिर उसका टेस्ट करते हैं पेशेंट का। तो जो एलर्जी टेस्ट है, एलर्जी टेस्ट भी मेरे ख्याल BNC मेडिकल सेंटर में है ना, कुछ हाँ, कहते हैं जैसे कुछ खा लिया, एलर्जी। तो वो क्या सिस्टम होता है एलर्जी सिस्टम? वो एलर्जी टेस्ट के लिए हमारे पास सॉरी मैं हिंदी ਚ ਬੋਲਣਾ ਸ਼ੁਰੂ कोई गल नहीं, हिंदी पंजाबी बोलो, गुजराती ना बोलियो हम ਲਈ ਸਾਡੇ ਕੋਲ ਜਿੱਦਾਂ ਅਲੱਗ-ਅਲੱਗ ਮੈਡੀਸਨ ਹੈਗੀ ਹੈ ਇੱਕ, ਜਿੱਦਾਂ ਵਾਇਲਸ ਦੇ ਵਿੱਚ ਹੁੰਦੀ ਆ। ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਦੋਵੇਂ ਬਾਹਾਂ ਦੇ ਉੱਪਰ ਐਲਰਜੀ ਟੈਸਟ ਕਰਦੇ ਆ, ਜਿੱਦਾਂ ਪੀਨਟਸ ਤੋਂ, ਗ੍ਰਾਸ ਤੋਂ, ਕਿਸੇ ਟਰੀਜ਼ ਤੋਂ ਜਾਂ ਕਿਸੇ ਜਿਹੜੇ ਆਪਣੇ ਮੱਛਰ ਵਗੈਰਾ ਹੁੰਦੇ, ਕਿਸੇ ਵੀ ਚੀਜ਼ ਤੋਂ ਕਿਸੇ ਪਰਸਨ ਨੂੰ ਐਲਰਜੀ ਹੋ ਸਕਦੀ ਆ। ਸੋ ਸਾਰੀਆਂ ਚੀਜ਼ਾਂ ਅਸੀਂ ਉਸ ਦੇ ਥਰੂ ਪਤਾ ਕਰਦੇ ਆ ਕਿ ਬੰਦੇ ਨੂੰ ਕਿਹੜੀ ਚੀਜ਼ ਤੋਂ ਐਲਰਜੀ ਆ ਹਨਾ। ਸੋ ਅਸੀਂ ਦੋਵੇਂ ਬਾਹਾਂ ਦੇ ਉੱਪਰ ਕਰਦੇ ਆ। ਸੋ ਉੱਥੇ ਅਸੀਂ ਸਾਈਨਸ ਲਗਾ ਕੇ ਥੋੜਾ ਜਿਹਾ ਪਿੰਚ ਕਰਕੇ ਨੀਡਲਸ ਦੇ ਨਾਲ ਉੱਪਰ ਦਵਾਈਆਂ ਲਗਾ ਕੇ ਕੁਝ ਟਾਈਮ ਲਈ ਉਹਨੂੰ ਰੱਖਦੇ ਆ, ਫਿਰ ਉਹਦੇ ਰਿਜ਼ਲਟਸ ਸਾਡੇ ਕੋਲੇ ਆਉਂਦੇ ਆ। ਉਹਦਾ ਫਿਰ ਸਾਰੇ ਜਿਹੜੇ ਉਹ ਰਿਜ਼ਲਟਸ ਆ ਉਹ ਪੇਸ਼ੈਂਟ ਡਾਕਟਰ ਦੇ ਨਾਲ ਰਿਵਿਊ ਕਰਦੇ ਆ ਤੇ ਪਤਾ ਲੱਗ ਜਾਂਦਾ ਕਿ ਕਿਸ ਚੀਜ਼ ਤੋਂ ਬੰਦੇ ਨੂੰ ਐਲਰਜੀ ਹੈਗੀ ਆ। ਸੋ ਇਹਦਾ ਮਤਲਬ ਇਹ ਹੋਇਆ ਕਿ ਵੀ ਜਿਹੜੀ ਐਲਰਜੀ ਟੈਸਟ ਨੇ ਯੂਜ਼ਲੀ ਲੋਕਾਂ ਨੂੰ ਜਦੋਂ ਡਾਕਟਰ ਰეკਮੈਂਡ ਕਰਦੇ ਨੇ, ਜਿਸ ਤਰ੍ਹਾਂ ਕਿਸੇ ਨੂੰ ਕੇਲੇ ਤੋਂ ਐਲਰਜੀ ਹੈ, ਕਿਸੇ ਨਟਸ ਤੋਂ, ਪੀਨਟ ਤੋਂ, ਵਾਲਨਟ ਤੋਂ, ਐਗਸ ਤੋਂ ਐਲਰਜੀ ਹੈ, ਸੋ ਉਹ ਜਦੋਂ ਅੱਗੇ ਫਿਰ ਫੈਮਿਲੀ ਡਾਕਟਰ ਜਾਂ ਵਾਕ-ਇਨ ਕਲੀਨਿਕ ਵਾਲੇ ਉਹ ਸਪੈਸ਼ਲਿਸਟ ਨੂੰ ਭੇਜਦੇ ਜਿਹੜੇ ਨੇ, ਉਹ ਕਈ ਵਾਰੀ 5-5 6-6 ਮਹੀਨੇ ਵੀ ਲੱਗ ਜਾਂਦੇ ਨੇ। ਪਰ ਤੁਹਾਡੇ ਕੋਲ ਜਿਹੜੀ BNC ਮੈਡੀਕਲ ਸੈਂਟਰ ਦੇ ਵਿੱਚ ਇਹ ਫੈਸਿਲਿਟੀ ਹੈ ਕਿ ਤੁਸੀਂ ਜੇ ਡਾਕਟਰ ਚਾਹੇਗਾ ਤੁਸੀਂ ਪੇਸ਼ੈਂਟ ਨੂੰ ਵੇਟ ਨਹੀਂ ਕਰਨ ਦੀ ਲੋੜ, ਵਿਦਨ ਅ ਵੀਕ ਤੁਸੀਂ ਉਹਨੂੰ ਚੈੱਕ ਕਰ ਲੈਣੇ। ਐਸੀ ਤਰ੍ਹਾਂ ਜਿਹੜੀ ਤੁਸੀਂ ECG ਕਿਹਾ ਤੇ ਯੂਜ਼ਲੀ ਜਿਹੜੇ ਫੈਮਿਲੀ ਡਾਕਟਰਸ ਨੇ ਉਹਨਾਂ ਕੋਲ ਨਹੀਂ ਹੁੰਦੀਆਂ, ਪਰ ਸਾਡੇ ਅਰਜੈਂਟ ਕੇਅਰ ਦੇ ਵਿੱਚ ECG ਫੈਸਿਲਿਟੀਜ਼ ਹੈਗੀਆਂ। ਜੇ ਕੋਈ ਚੈਸਟ ਥੋੜੀ ਜਿਹੀ ਪੇਨ ਹੋ ਰਹੀ ਹੈ, ਇਫ ਇਟ ਇਜ਼ ਅ ਨਾਨ ਲਾਈਫ ਥ੍ਰੈਟਨਿੰਗ, ਰਾਈਟ, ਜਿਹਦਾ ਬਹੁਤ ਜ਼ਿਆਦਾ ਪੇਨ ਹੁੰਦੀ ਤਾਂ ਯੂ ਹੈਵ ਟੂ ਗੋ 911, ਅਦਰਵਾਈਜ਼ ਯੂ ਕੈਨ ਕਮ ਓਵਰ ਹੀਅਰ ਤੇ ਰਾਈਟ ਵੇ ਤੁਹਾਨੂੰ ਪਤਾ ਲੱਗ ਜਾਂਦਾ। ਜੇ ਬਾਕੀ ਸੀਰੀਅਸ ਹੋਵੇ ਤਾਂ ਉੱਥੋਂ ਹੀ ਐਂਬੂਲੈਂਸ ਮੰਗਾ ਕੇ ਤੁਹਾਨੂੰ ਹਸਪਤਾਲ ਭੇਜ ਬਾਕੀ ਇਹ ਕਿ ECG ਜਿਹੜੀ ਆ ਅਸੀਂ ਰਾਈਟ ਵੇ, ਜੇ ਸਾਨੂੰ ਲੱਗਦਾ ਕਿ ਚੈਸਟ ਪੇਨ, ਸਾਡੇ ਕੋਲ ਜਦੋਂ ਪੇਸ਼ੈਂਟ ਫਰੰਟ ਡੈਸਕ ਤੇ ਆਉਂਦਾ ਅਸੀਂ ਹੀ ਪੇਸ਼ੈਂਟ ਨੂੰ ਅਸੈਸ ਕਰਦੇ ਆ ਕਿ ਜੇਕਰ ਪੇਸ਼ੈਂਟ ਸਟੇਬਲ ਆ ਫਿਰ ਉਹ ਵੇਟ ਕਰ ਸਕਦਾ ਕਿ ਨਹੀਂ ਕਰ ਸਕਦਾ। ਜੇ ਉਹਦੇ ਸ਼ਾਰਪ ਪੇਨ ਹੋ ਰਹੀ ਆ, ਮੋਢੇ 'ਚ ਪੇਨ ਜਾਂਦੀ ਆ, ਬਾਂਹ 'ਚ ਜਾਂਦੀ ਆ, ਦੈਨ ਵੀ ਆਰ ਡੂਇੰਗ ਇਟ ਰਾਈਟ ਅਵੇ। ਫਿਰ ਅਸੀਂ ਡਾਕਟਰ ਨੂੰ ਦੱਸਦੇ ਆ। ਜੇ ਸਾਨੂੰ ਕੁਝ ਸੀਰੀਅਸ ਲੱਗਦਾ ਦੈਨ ਵੀ ਕਾਲ 911 ਐਂਬੂਲੈਂਸ ਕਾਲ ਕਰਦੇ ਆ। ਫਿਰ ਉੱਥੇ ਪੇਸ਼ੈਂਟ ਨੂੰ ਡਾਇਰੈਕਟਲੀ ਜਾ ਕੇ ਬੈਠਣ ਦੀ ਜਾਂ ਇੰਨੀ ਵੇਟ ਕਰਨ ਦੀ ਲੋੜ ਨਹੀਂ, ਉਹਦਾ ਇਲਾਜ ਜਲਦੀ ਤੋਂ ਜਲਦੀ ਹੋ ਜਾਂਦਾ ਆ। ਓਕੇ ਅਮਨ ਜੀ, ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਕਿਉਂਕਿ ਦੀਪਤੀ ਜੀ ਨਾਲੇ ਸ਼ੀ ਜਸਟ ਜੁਆਇਨ ਨਿਊ ਕਲੀਨਿਕ BNC in BNC medical center. I saw so many times that examination room number 1, 2, 3, 4, 5, but there is a quick room, right? Quick visit, ਹਾਂਜੀ। Quick visit. So what is that? It's a fast track visit. Yeah, she knows about it. So ਜਿਹੜੀ ਫਾਸਟ ਟਰੈਕ ਵਿਜ਼ਿਟ ਹੈਗੀ ਹੈ ਕਿ ਜਿੱਦਾਂ ਸਾਡੇ ਕੋਲ ਕਈ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਫਲੂ ਹੋਇਆ, ਜਿਨ੍ਹਾਂ ਨੇ ਕੱਲੀ ਦਵਾਈਆਂ ਲਿਖਾਉਣੀਆਂ ਜਾਂ ਜਿਨ੍ਹਾਂ ਨੇ ਕੱਲੇ ਇੰਜੈਕਸ਼ਨ ਲਵਾਉਣੇ ਆ, ਉਹਨਾਂ ਨੂੰ ਜਿੱਦਾਂ ਕਈ ਵਾਰੀ ਸਾਡੇ ਕੋਲ ਇੰਨਾ ਬਿਜ਼ੀ ਹੋ ਜਾਂਦਾ ਕਿ ਘੰਟੇ 2-2 ਘੰਟੇ ਦਾ ਵੇਟਿੰਗ ਟਾਈਮ ਹੁੰਦਾ। ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਕੁਇਕ ਪੇਸ਼ੈਂਟਸ ਹੈਗੇ ਆ ਉਹ ਆ ਕੇ ਵੇਟਿੰਗ ਰੂਮ 'ਚ ਇੰਨਾ ਟਾਈਮ ਬੈਠਣ ਹਨਾ। ਸੋ ਇਟਸ ਅ ਵੇਸਟੇਜ ਆਫ ਟਾਈਮ ਫॉर them and for us। ਸੋ ਅਸੀਂ ਉਹਨਾਂ ਨੂੰ ਇਹ ਆਪਸ਼ਨ ਦਿੰਦੇ ਆ ਕਿ ਜੇ ਤੁਸੀਂ ਹਾਂਜੀ ਸਾਡੇ ਕੋਲ 1 ਮਿੰਟ ਦੀ ਵਿਜ਼ਿਟ ਹੈਗੀ ਆ, ਤੁਸੀਂ ਉਸ ਰੂਮ ਦੇ ਵਿੱਚ ਜਾ ਕੇ ਜੇ ਕੱਲੀ ਦਵਾਈ ਲਿਖਾਉਣੀ ਆ, ਫਟਾਫਟ ਉਹਨਾਂ ਦਾ BP ਚੈੱਕ ਕਰਕੇ ਅਸੀਂ ਉਹਨਾਂ ਨੂੰ ਰੂਮ ਦੇ ਵਿੱਚ ਭੇਜ ਦਿੰਦੇ ਆ। ਤੁਸੀਂ ਦਵਾਈ ਲਿਖਾ ਸਕਦੇ ਹੋ, ਤੁਸੀਂ ਫਟਾਫਟ ਇੰਜੈਕਸ਼ਨ ਲਵਾ ਸਕਦੇ ਹੋ, ਜਾਂ ਕੋਈ ਵਾਟ ਤੁਹਾਡੇ ਪੈਰ ਦੇ ਵਿੱਚ ਹੈਗਾ ਉਹਦੇ ਲਈ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ, ਡਰੈਸਿੰਗ ਦੇ ਲਈ ਤੁਹਾਨੂੰ ਵੇਟ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਫਾਸਟ ਟਰੈਕ ਵਿਜ਼ਿਟ ਦੇ ਵਿੱਚ ਕਰਦੇ ਹਾਂ। ਸੋ ਤੁਹਾਨੂੰ ਇਹ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਕਿ ਹਾਂਜੀ ਸਾਨੂੰ 3 ਘੰਟੇ 2 ਘੰਟੇ ਵੇਟਿੰਗ ਏਰੀਆ ਦੇ ਵਿੱਚ ਬੈਠ ਕੇ ਵੇਟ ਕਰਨੀ ਪਊ। ਇਹ ਮੇਰੇ ਖਿਆਲ ਪਹਿਲੀ ਵਾਰ ਬ੍ਰੈਂਟਨ ਦੇ ਵਿੱਚ ਡਾਕਟਰ ਅੰਕੁਸ਼ ਗੋਇਲ ਨੇ ਇੰਟਰੋਡਿਊਸ ਕੀਤਾ
ਸਿਹਤ ਹੈ ਔਰ ਮੈਨੂੰ ਡਾਕਟਰ ਗੋਇਲ ਵੀ ਦੱਸਦੇ ਜਦੋਂ ਉੱਥੇ ਟੀਵੀ ਤੇ ਆਏ ਸੀ ਵੀ ਉਹਦਾ ਦੋਨਾਂ ਨੂੰ ਫਾਇਦਾ ਹੈ। ਹਾਂਜੀ। ਇੱਕ ਤਾਂ ਜਿਹੜੇ ਬੰਦਿਆਂ ਦੀ ਛੋਟੀ ਜਿਹੀ ਪ੍ਰੋਬਲਮ ਹੈ ਉਹ ਛੇਤੀ ਫ੍ਰੀ ਹੋ ਜਾਂਦੇ ਨੇ, ਦੂਸਰੀ ਗੱਲ ਉਹ ਜਦੋਂ ਛੇਤੀ ਫ੍ਰੀ ਹੋ ਜਾਂਦੇ ਨੇ ਦੂਜਿਆਂ ਨੂੰ ਟਾਈਮ, ਜਿਨ੍ਹਾਂ ਨੂੰ ਟਾਈਮ ਦੀ ਲੋੜ ਹੈ ਉਹਨਾਂ ਨੂੰ ਟਾਈਮ ਵੀ ਮਿਲ ਜਾਂਦਾ। ਅਦਰਵਾਈਜ਼ ਜੇ ਨੰਬਰ ਲੱਗੇਗਾ, ਨੰਬਰ ਲੱਗਦੇ ਤਾਂ ਫਿਰ ਉਦੋਂ ਹੀ ਪਤਾ ਲੱਗੇਗਾ। ਸੋ ਫਾਸਟ ਵਾਲੇ ਨਿਕਲ ਜਾਂਦੇ ਨੇ ਤੇ ਦੂਜਿਆਂ ਨੂੰ ਟਾਈਮ ਉਹ ਹੋਰ ਛੇਤੀ ਹੋ ਜਾਂਦਾ ਹੈ। ਕਿਉਂਕਿ ਕਈ ਪੇਸ਼ੈਂਟ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਡਾਕਟਰ ਨੇ ਕਾਫੀ ਐਕਸਪਲੇਨ ਉਹਨਾਂ ਨੂੰ ਕਰਨਾ ਹੁੰਦਾ, ਪੇਸ਼ੈਂਟ ਨੇ ਕਰਨਾ ਹੁੰਦਾ। ਸੋ ਉਹੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਹਨਾ ਕਿ ਉਹਨਾਂ ਨੂੰ ਟਾਈਮ ਜਿਹੜਾ ਪ੍ਰੋਪਰ ਮਿਲ ਜਾਂਦਾ ਐਕਸਪਲੇਨ ਕਰਨ ਦੇ ਲਈ, ਫਿਰ ਉਹ ਰਸ਼ ਨਹੀਂ ਕਰਦੇ ਹਨ। ਓਕੇ ਦੀਪਤੀ ਜੀ, BNC ਮੈਡੀਕਲ सेंटर ਦੇ ਵਿੱਚ ਕਿੰਨੇ ਡਾਕਟਰ ਨੇ ਤੁਹਾਡੇ ਕੋਲ? 4 डॉक्टर हैं अभी फिलहाल। हाँ, तो कोई लेडीज भी हैं वहाँ पर? वहाँ 2 फीमेल डॉक्टर हैं वहाँ पे, डॉक्टर किमी गोयल एंड डॉक्टर विजिता शिवाकर। ओके, तो क्योंकि ब्रैम्पटन इज फुल ऑफ पंजाबीज राइट? हाँ जी। तो वो तो पंजाबी बोलते हैं या हिंदी बोलते हैं या कोई 5-10% गुजराती बोलते हैं। कोई 4 डॉक्टर जैसे डॉक्टर किमी गोयल है, डॉक्टर अंकुश गोयल है, डॉक्टर शिवा कुमार है और डॉक्टर आलशैवी है, कोई हिंदी पंजाबी बोलने वाला है वहाँ पर डॉक्टर? हिंदी बोलते हैं ना डॉक्टर? हाँ जी, हमारे जो डॉक्टर अंकुश गोयल, डॉक्टर किमी गोयल, दे स्पीक हिंदी, पंजाबी, इंग्लिश। जो हमारे विजिता शिवा कुमार है वो स्पेशली शी इज़ तमिल, तो सॉरी आई एम गोना स्पीक इन पंजाबी। तो ਜਿਹੜੇ ਸਾਡੇ ਡਾਕਟਰ शिवा कुमार ने ਉਹਨਾਂ ਦੇ ज़्यादातर पेशेंट आके कहते हैं कि हाँ जी यू हैव तमिल डॉक्टर, हम उसी के पास जाना चाहते हैं राइट। सो या वी हैव डिफरेंट। सो ਇਹਦਾ ਮਤਲਬ ਇਹ ਹੋਇਆ ਕਿ ਵੀ ਜਿਹੜੇ ਸਾਡੇ ਕੋਲ 4 ਡਾਕਟਰ ਨੇ, 2 ਮੇਲ ਨੇ 2 ਫੀਮੇਲ, 2 फीमेल। ਔਰ ਦੂਸਰੀ ਗੱਲ ਇਹ ਆ ਵੀ 2 ਸਾਡੇ ਪੰਜਾਬੀ, ਹਿੰਦੀ, ਗੁਜਰਾਤੀ, ਉਰਦੂ ਸਭ ਬੋਲ ਲੈਂਦੇ ਨੇ ਤੇ ਇੰਗਲਿਸ਼ ਤਾਂ ਚਾਰਾਂ ਨੂੰ ਹੀ ਆਉਂਦੀ ਹੈ। ਸ਼੍ਰੀਲੰਕਾ ਵੀ ਆਉਂਦੇ, ਸ਼੍ਰੀਲੰਕਾ ਆਉਂਦੀ, ਉਧਰ ਸਾਡੇ ਡਾਕਟਰ ਅਲਸ਼ੈਬੀ ਨੇ ਉਹ ਡਿਫਰੈਂਟ ਕਿਉਂਕਿ ਇਰਾਕ ਤੋਂ ਆਏ ਨੇ, ਉਹ ਵੀ ਲੈਂਗੁਏਜ ਕਵਰ ਕਰਦੇ। ਸਾਡੇ ਕੋਲ ਹਰ ਤਰ੍ਹਾਂ ਦਾ ਜਿਹੜਾ ਪੇਸ਼ੈਂਟ ਆ ਉਹ ਅਸੀਂ ਕਵਰ ਕਰਦੇ ਹਾਂ। ਅੱਛਾ, ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਅਰਜੈਂਟ ਕੇਅਰ ਹੈ, ਦੀਪਤੀ ਜੀ ਆਪਸੇ ਹੈ, what is the difference between 7 days a week and 365 days a week? Urgent care we always announce that we open 365 days, but most of the clinic they open 7 days too. So what is the difference between 7 days and 365 days? So 365, so sometimes संडे को जो छुट्टी होती है तो हम वो भी संडे को कंटिन्यू करते हैं डॉक्टर, और 360 या लैब आवर्स भी होते हैं संडे तो को। आप कुछ कहना चाहते sorry to interrupt you, ਜਿਹੜੇ ਲੌਂਗ ਵੀਕਐਂਡ ਦੀ ਛੁੱਟੀ ਹੁੰਦੀ ਆ ਸੋ ਉਸ ਦਿਨ ਵੀ ਅਸੀਂ ਖੁੱਲੇ ਹੁੰਦੇ ਆ। ਸੋ 365 ਦਾ ਮਤਲਬ ਨਟਸ਼ੈਲ ਇਹ ਹੋਇਆ ਵੀ ਜਿਹੜੇ 7 ਡੇਜ਼ ਨੇ ਮੰਡੇ ਟੂ ਸੰਡੇ ਹੈਗੇ, ਪਰ whenever there is a long weekend they are closed, like our blood lab we open 7 days but our from 9 o'clock morning, तो लेकिन जो ब्लड लैब है वो लॉन्ग वीकेंड को क्लोज होती है। लेकिन जो हमारी अर्जेंट केयर है या BNC फार्मेसी है वो लॉन्ग वीकेंड को भी ओपन होती है। जैसे अभी लेबर डे गया है हम खुले थे, क्रिसमस होगी, नया साल होगा, कुछ और लॉन्ग वीकेंड होते हैं, तो दैट इज द ओनली डिफरेंस बिटवीन 7 days and 365 days। 7 days they won't open on long weekends, on holidays, but 365 days they open, it doesn't matter whether it's black or white, they open it। ओके, तो अब मेरा क्वेश्चन ये है कि वहाँ पर अगर आप में से कोई भी बता सकते हैं कि पहले जो डॉक्टर होते थे, हम भी जाते थे वहाँ पर, वो एक शेल्फ बनी होती थी बड़ी बड़ी, उसमें फाइल्स होती थी हर पेशेंट की बड़ी, है ना, फाइल ABC कितना भरा होता था। लेकिन अब जब भी किसी डॉक्टर के पास जाते हैं, स्पेशली यंग डॉक्टर, और हम मेडिकल की हमारी BNC मेडिकल कर, वहाँ पर कोई फाइल नहीं होती, तो अब क्या सिस्टम है, वो फाइल क्यों नहीं होती? अब अभी हमारे पास वो कंप्यूटर में सारे सिस्टम्स आ गए, सॉफ्टवेयर है क्यूरो जो हम यूज़ करते हैं, और वो सब सारे पेशेंट की ऑल पेशेंट का चार्ट, जो भी हिस्ट्री वगैरह कुछ भी होता है, हमारा सब उसमें लिखा हुआ होता है। पेशेंट्स के सारे रिपोर्ट भी हम ऑनलाइन रिसीव करते हैं, और सारी फैसिलिटी अभी जो भी सिस्टम हम यूज़ करते हैं सब कुछ ऑनलाइन है इन कंप्यूटर। ਔਰ ਦਿਸ ਵੇ ਜਿੱਦਾਂ ਇਦਾਂ ਇਲੈਕਟ੍ਰੋਨਿਕ ਵੇ ਦੇ ਨਾਲ ਕਿ ਇੱਕ ਪੇਸ਼ੈਂਟ ਦੀ ਫਾਈਲ ਦੂਜੇ ਪੇਸ਼ੈਂਟ ਦੇ ਨਾਲ ਮਿਕਸ ਨਹੀਂ ਹੁੰਦੀ ਤੇ ਇਦਾਂ ਬਹੁਤ ਜ਼ਿਆਦਾ ਕਲੀਅਰ ਮੀਨਸ ਕਲੀਅਰ ਹੈ ਉਹ ਚੀਜ਼, ਹੈ ਨਾ, ਕਿ ਇਟਸ ਈਜ਼ੀ ਫॉर ਅਸ ਐਂਡ ਫॉर ਪੇਸ਼ੈਂਟਸ ਐਂਡ ਫॉर ਡਾਕਟਰਸ। ਸੋ BNC ਮੈਡੀਕਲ ਸੈਂਟਰ ਦੇ ਵਿੱਚ ਵੈਸੇ ਜਸਟ ਨੌਲੇਜ ਸੇ ਜਿਹੜੀ EMR ਸਿਸਟਮ ਹੈ ਉਹ ਜਿਹੜਾ ਸਭ ਤੋਂ ਪੁਰਾਣਾ ਸੀ, ਜਿਹੜੇ ਸਾਡੇ ਵਰਗੇ ਟਾਈਮ ਤੇ ਯੂਜ਼ ਕਰਦੇ ਉਹ ਕਰਨੇ ਔਸਕਰ, ਹੈ ਨਾ, ਕਿਉਂਕਿ ਪੈਸੇ ਨਹੀਂ ਦੇਣੇ ਪੈਂਦੇ ਸੀ ਤੇ ਉਹਨਾਂ ਨੂੰ ਆਉਂਦਾ ਨਹੀਂ ਸੀ, ਕਿਉਂਕਿ ਉਂਗਲੀ ਕੀ ਮਾਰ ਕੇ ਨਾਂ ਲਿਖਦੇ ਸੀ, ਤੇ ਇਸੇ ਕਰਕੇ ਉਹ ਫਾਈਲਾਂ ਰੱਖੀਆਂ। ਹੁਣ ਕਿਉਂਕਿ ਯੰਗ ਡਾਕਟਰਸ ਆ ਗਏ, ਉਹਨੂੰ ਕੰਪਿਊਟਰ ਦੇ ਵਿੱਚ ਵੀ ਐਕਸਪਰਟ ਨੇ, ਸਟਾਫ ਵੀ ਯੰਗ ਹੈ, ਉਹ ਐਕਸਪਰਟ ਨੇ। ਸੋ ਇਸੇ ਤਰੀਕੇ ਜਿਹੜਾ ਅੱਜ ਕੱਲ੍ਹ ਲੇਟੈਸਟ ਕੁਝ 2-4 ਤੁਸੀਂ EMR ਦਾ ਨਾਮ ਦੱਸ ਸਕਦੇ ਹੋ? ਕੈਨ ਯੂ ऑस्कर एंड क्यूरो दैट वी आर यूजिंग। हाँ, ਸੋ ਇਸ ਤਰ੍ਹਾਂ ਦੇ ਆਪਣਾ ਸਿਸਟਮ ਕਰਦੇ। ਇੱਕ ਮੈਂ ਹੁਣ ਤੁਹਾਨੂੰ ਕੁਐਸਚਨ ਪੁੱਛਦਾ, ਕੋਈ ਆਪਣਾ ਤੁਸੀਂ ਕਹੋਗੇ 2 ਮਿੰਟ ਹੀ ਨੇ,
ਆਪਣਾ ਤੁਸੀਂ ਇੰਡੀਵਿਜੂਅਲ ਤਜਰਬਾ ਦੱਸੋ। ਚੰਗੇ ਤਾਂ ਪੇਸ਼ੈਂਟ ਸਾਰੇ ਹੀ ਹੁੰਦੇ ਨੇ, ਰਾਈਟ, ਐਵਰੀਬਾਡੀ ਇਜ਼ ਨਾਈਸ, ਬਟ ਸਮਟਾਈਮ ਦੈਟ ਨਾਈਸ ਬਿਕਮਸ ਵਰਸ, ਰਾਈਟ, ਸੋ Sometimes, yeah, so you have any experience or you don't have any experience for that type of thing? ਹਾਂਜੀ, ਕਦੇ ਕਦੇ ਹੋ ਕਦੇ, ਜਾਂਦਾ ਹੈ, ਜਾਂ ਹੋਤਾ ਹੈ। ਵੇਟਿੰਗ ਟਾਈਮ ਨੂੰ ਲੈ ਕੇ, ਕਿਉਂਕਿ ਸਾਡੇ ਡਾਕਟਰਸ ਆਲਵੇਜ਼ ਵੈਰੀ ਬਿਜ਼ੀ, ਸੋ ਉਹ ਕਹਿੰਦੇ ਕਿ ਹਾਂਜੀ ਸਾਨੂੰ ਇੰਨਾ ਟਾਈਮ ਵੇਟ ਕਰਨੀ ਪਊ। ਤਾਂ ਹੀ ਅਸੀਂ ਜਿਹੜਾ ਉਹ ਕੁਇਕ ਵਿਜ਼ਿਟ ਵਾਲੀ ਆਪਾਂ ਗੱਲ ਕੀਤੀ ਸੀ, ਅਸੀਂ ਉਹਨਾਂ ਨੂੰ ਆਪਸ਼ਨਸ ਦੇ ਦਿੰਦੇ ਹਾਂ ਕਿ ਹਾਂਜੀ ਸਾਡੇ ਕੋਲ ਇਹ ਆਪਸ਼ਨਸ ਹੈਗੀਆਂ ਨੇ। ਸੋ ਜਾਂ ਅਦਰਵਾਈਜ਼ ਸਾਨੂੰ ਕੋਈ ਇਦਾਂ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਨਹੀਂ ਹੈ, ਜਾਂ ਐਵਰੀਥਿੰਗ ਇਜ਼ ਰੀਲੀ ਗੁੱਡ। ਸੋ ਜਿਹੜਾ ਮੈਡੀਕਲ ਸੈਂਟਰ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਖੁੱਲਦਾ? ਇਹ ਜਿੱਦਾਂ ਮੰਡੇ ਟੂ ਫਰਾਈਡੇ 9 to 8, ਜਿੱਦਾਂ ਬਲੱਡ ਲੈਬ ਜਿਹੜੀ ਸਾਡੀ ਆ ਉਹ 9 ਵਜੇ ਸਵੇਰੇ ਖੁੱਲਦੀ ਆ, ਤੇ ਡਾਕਟਰ ਸਾਡੇ 10 ਵਜੇ ਸਟਾਰਟ ਕਰਦੇ ਆ, 10 ਤੋਂ 8 ਵਜੇ ਤੱਕ, ਤੇ ਲੈਬ ਸਾਡੀ 9 ਤੋਂ 6 ਵਜੇ ਤੱਕ ਹੁੰਦੀ ਆ। ਤੇ ਸੈਟਰਡੇ ਸੰਡੇ ਜਿਹੜਾ ਆ ਟਾਈਮਿੰਗ ਲੈਬ ਸਾਡੀ 9 ਵਜੇ ਖੁੱਲਦੀ ਆ, 9 ਤੋਂ 12 ਵਜੇ ਤੱਕ, ਤੇ ਡਾਕਟਰ ਹੁੰਦੇ ਆ 10 ਤੋਂ 2 ਵਜੇ ਤੱਕ। ਤੇ ਮੈਨੂੰ ਪਤਾ ਲੱਗਿਆ ਸੀ ਡਾਕਟਰ ਗੋਇਲ ਕਹਿ ਰਹੇ ਸੀਗੇ ਵੀ ਹੁਣ ਅਸੀਂ ਟਾਈਮ ਐਕਸਟੈਂਡ ਕਰ ਰਹੇ ਹਾਂ ਸੈਟਰਡੇ ਸੰਡੇ, ਹਾਂਜੀ, ਕਿਉਂਕਿ ਪੇਸ਼ੈਂਟ ਦੀ ਜਿਹੜੀ ਬਹੁਤ ਸਾਰੇ ਪੇਸ਼ੈਂਟ ਵਾਪਸ ਜਾ ਰਹੇ ਨੇ। ਹਾਂਜੀ। ਸੋ ਤੁਸੀਂ ਕੁਝ ਮੈਨੂੰ ਅਖੀਰ ਦੇ ਵਿੱਚ ਇਹ ਦੱਸ ਸਕਦੇ ਹੋ ਵੀ ਜਿਹੜੇ ਡਾਕਟਰ ਨੇ, ਕੋਈ ਡਾਕਟਰ ਦੇ ਬਾਰੇ ਤੁਹਾਨੂੰ ਕੋਈ ਬੈਡ ਐਕਸਪੀਰੀਅੰਸ ਹੋਵੇ ਵੀ ਡਾਕਟਰ ਠੀਕ ਬਿਹੇਵ ਨਹੀਂ ਕਰਦਾ ਕਸਟਮਰਸ ਨਾਲ ਜਾਂ ਪੇਸ਼ੈਂਟ ਨਾਲ, ਜਾਂ ਪੇਸ਼ੈਂਟ ਜਾਂ ਕੋਈ ਤੁਸੀਂ ਉਹਨਾਂ ਬਾਰੇ ਪੋਜ਼ਿਟਿਵ ਕੋਈ ਪੇਸ਼ੈਂਟ ਦੱਸ ਕੇ ਵੀ ਨਹੀਂ ਅਸੀਂ ਤਾਂ ਡਾਕਟਰ ਨੂੰ ਬਹੁਤ ਲਾਈਕ ਕਰਦੇ ਹਾਂ ਜਾਂ ਕੁਝ ਇਸ ਇਹ ਤਰ੍ਹਾਂ? ਸਾਨੂੰ ਤਾਂ ਆਲਵੇਜ਼, ਜਿੱਦਾਂ ਡਾਕਟਰ ਅੰਕੁਸ਼ ਗੋਇਲ, ਹੀ ਇਜ਼ ਵੈਰੀ ਨਾਈਸ। ਸਾਰੇ ਜਿਹੜੇ ਸਾਡੇ ਪੇਸ਼ੈਂਟ ਆ ਮਤਲਬ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੇਜ਼ ਕਰਦੇ ਆ। ਡਾਕਟਰ ਕਿਮੀ ਗੋਇਲ ਨੇ ਉਹਨਾਂ ਬਾਰੇ ਪੁੱਛਦੇ ਆ, ਜਿਹੜੇ ਮੋਸਟਲੀ ਲੇਡੀਜ਼ ਦੇ ਵਾਂਟ ਟੂ ਗੋ ਟੂ ਲੇਡੀ ਡਾਕਟਰ, ਉਹ ਮੋਸਟਲੀ ਡਾਕਟਰ ਕਿਮੀ ਗੋਇਲ ਕੋਲ ਜਾਣਾ ਚਾਹੁੰਦੇ ਆ, ਤੇ ਮੇਲ ਡਾਕਟਰਸ ਡਾਕਟਰ ਅੰਕੁਸ਼ ਗੋਇਲ ਕੋਲੇ। ਤੇ ਜਿਹੜੇ ਸਾਡੇ ਦੂਜੇ ਡਾਕਟਰ ਡਾਕਟਰ ਅਲਸ਼ਾਬੀ ਤੇ ਸੇਵਾ ਕੁਮਾਰ ਹੈਗੇ ਆ, ਉਹ ਵੀ ਬਹੁਤ ਨਾਈਸ ਨੇ। ਅਸੀਂ ਕਦੇ ਇਦਾਂ ਦੇ ਰਿਵਿਊ ਸਾਡੇ ਪੇਸ਼ੈਂਟਸ ਤੋਂ ਨਹੀਂ ਸੁਣੇ, ਤੇ ਨਾ ਹੀ ਅਸੀਂ ਅੱਗੇ ਸੁਣਨਾ। ਔਰ ਤੁਸੀਂ ਸ਼ਾਇਦ you will be surprised if you go to Rate MD, Dr. Ankush Goyal, he's a young doctor, right? Of course he started his practice about 3-4 years ago, but in Brampton we have about 537 family doctors, and his number is number 5 or 6. He's so popular. When you go, you know, people they always write the comments, good or bad. So a young doctor, his number is sometimes becomes 5, sometimes becomes 6. So that shows his popularity, and moreover when the patient comes, he always talks good thing about him. ਬਾਕੀ ਸਾਡੇ ਨਾਲੋਂ ਜ਼ਿਆਦਾ ਤਾਂ ਲੋਕੀ ਰਿਵਿਊ ਦਿੰਦੇ ਆ, ਤਾਂ ਉਹਨਾਂ ਦੇ ਰਿਵਿਊਜ਼ ਵੀ ਤੁਸੀਂ ਸਾਡੇ ਚੈੱਕ ਕਰ ਸਕਦੇ ਹੋ। ਮਤਲਬ ਬਹੁਤ ਅੱਛੇ ਰਿਵਿਊ ਡਾਕਟਰ ਗੋਇਲ ਬਾਰੇ ਤੇ ਬਾਕੀ ਡਾਕਟਰਸ ਬਾਰੇ ਵੀ ਬਹੁਤ ਅੱਛੇ ਰਿਵਿਊ लोगों ने ਦਿੱਤੇ। ऑनलाइन आप चेक करो, वेबसाइट पे तो रिव्यू मिल जाते हैं। चलो जी, हमारा अब टाइम हो गया खत्म। सो थैंक यू वेरी मच। होपफुली जो हम स्टार्ट करने से आए थे कि you were thinking that maybe it's a tough or anything, now I think you are more confident for the next interviews. So thank you very much Deepti and Aman, thank you very much. Thank you so much. Thank you very much दर्शकों, अपन नेक्स्ट में मिलेंगे। Thank you very much।